ਅੱਜ ਅਸੀਂ ਆਪਣੇ ਸਾਹਿਬਜ਼ਾਦਿਆਂ ਬਾਰੇ ਗੱਲ ਕਰਾਂਗੇ ਤੇ ਸਾਖੀ ਸੁਣਾਂਗੇ, ਠੀਕ ਹੈ। ਸਾਰਿਆਂ ਨੂੰ ਪਤਾ ਹੈ ਸਾਡੇ 10th ਗੁਰੂ ਕਿਹੜੇ ਹੈ, ਉਹਨਾਂ ਦਾ ਕੀ ਨੇਮ ਹੈ? ਗੁਰੂ ਗੋਬਿੰਦ ਸਿੰਘ ਜੀ। ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸਨ ਸੀ? ਚਾਰ ਸਨ ਸੀ। ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਸਾਹਿਬਜ਼ਾਦੇ। ਅੱਛਾ, ਜਿਹੜੇ ਦੋ ਐਲਡਰ ਸਨਸ ਹੈ ਉਹਨਾਂ ਨੂੰ ਕਹਿੰਦੇ ਆ ਵੱਡੇ ਸਾਹਿਬਜ਼ਾਦੇ। ਤੇ ਕਿਸੇ ਨੂੰ ਨਾਮ ਪਤਾ ਹੈ ਵੱਡੇ ਸਾਹਿਬਜ਼ਾਦੇ? ਸਭ ਤੋਂ ਵੱਡਾ ਹੈ Everybody knows. ਸੁਹਾਵੀ ਦੱਸੇਗੀ। ਇੱਕ ਵੱਡੇ ਸਾਹਿਬਜ਼ਾਦੇ ਦਾ ਨਾਮ ਦੱਸੋ ਜੀ। ਬਾਬਾ ਜੁਝਾਰ ਸਿੰਘ ਜੀ। ਰੁਬਾਨੀ ਤੁਸੀਂ ਦੱਸੋ। Papa ji. ਬਹੁਤ ਠੀਕ, ਬਿਲਕੁਲ ਠੀਕ। ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ। ਤੇ ਸਾਡੇ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਚਲੋ ਅਨਭੋ ਦੱਸੇਗਾ। Baba Zorawar Singh ji ਤੇ ਬਾਬਾ ਫਤਿਹ ਸਿੰਘ ਜੀ। ਬਹੁਤ ਚੰਗਾ, ਠੀਕ ਹੈ। ਸੋ ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਠੀਕ ਹੈ ਜੀ। ਇਹਦੇ ਸਾਡੇ ਦਸ਼ਮੇਸ਼ ਪਿਤਾ ਤੇ ਚਾਰ ਸਾਹਿਬਜ਼ਾਦੇ। ਤੇ ਬੱਚਿਓ, ਤੁਹਾਨੂੰ ਪਤਾ ਹੈ ਕਿ ਗੁਰੂ ਸਾਹਿਬ ਅਨੰਦਪੁਰ ਸਾਹਿਬ ਰਹਿੰਦੇ ਹੁੰਦੇ ਸੀ ਆਪਣੀ ਸਾਰੀ ਫੈਮਿਲੀ ਨਾਲ। ਤੇ ਜਿਹੜੀਆਂ ਮੁਗਲ ਫੋਰਸਿਸ ਸੀ ਉਹ ਗੁਰੂ ਸਾਹਿਬ ਤੇ ਅਟੈਕ ਕਰਨਾ ਚਾਹੁੰਦੀਆਂ ਸੀ। ਤੇ ਗੁਰੂ ਸਾਹਿਬ ਨੇ ਕੀ ਕੀਤਾ? ਖਾਲਸਾ ਪੰਥ ਸਾਜਿਆ। ਖਾਲਸਾ ਪੰਥ ਵਿੱਚ ਹੀ ਨੇਮਡ ਦ ਸਿਕਸ ਐਸ ਸਿੰਘਸ। ਤੇ ਸਿੰਘਸ ਕੀ ਸੀ? ਬੜੇ ਸਟਰੋਂਗ, ਪਾਵਰਫੁਲ, ਰੈਜ਼ਿਲੀਐਂਟ, ਕਿਸੇ ਤੋਂ ਨਹੀਂ ਡਰਦੇ ਸੀ, ਫੀਅਰਲੈਸ, courageous and brave। ਸੋ ਗੁਰੂ ਸਾਹਿਬ ਨੇ ਖਾਲਸਾ ਫੌਜ ਤਿਆਰ ਕੀਤੀ ਕਿਉਂਕਿ ਜਿਹੜੇ ਮੁਗਲ ਸੀ ਜਾਂ ਹਿੰਦੂ ਕਿੰਗ ਸੀ ਉਹ ਕਹਿੰਦੇ ਸੀ ਤੁਸੀਂ ਸਾਡਾ ਫੇਥ ਲੈ ਲਓ, ਤੁਸੀਂ ਇਸਲਾਮ ਕਬੂਲ ਕਰ ਲਓ, ਤੁਸੀਂ ਮੁਸਲਮਾਨ ਬਣ ਜਾਓ। ਗੁਰੂ ਸਾਹਿਬ ਕਹਿੰਦੇ ਨਹੀਂ, ਮੈਨੂੰ ਸਿੱਖੀ ਪਿਆਰੀ ਹੈ, ਮੈਂ ਤੁਹਾਡਾ ਫੇਥ ਨਹੀਂ ਲੈ ਸਕਦਾ ਤੇ ਮੈਂ ਤੁਹਾਡੇ ਉੱਤੇ ਫੋਰਸਿਬਲੀ ਆਪਣਾ ਫੇਥ ਨਹੀਂ ਦੇ ਸਕਦਾ। ਸੋ ਤੁਸੀਂ ਮੈਨੂੰ ਨਹੀਂ ਕਹੋ ਇਸ ਤਰ੍ਹਾਂ। ਔਰ ਗੁਰੂ ਸਾਹਿਬ ਨੇ ਕੀ ਕੀਤਾ? ਖਾਲਸਾ ਫੌਜਾਂ ਤਿਆਰ ਕਰਕੇ ਮੁਗਲਸ ਨਾਲ ਕੀ ਕੀਤਾ? ਮੁਕਾਬਲਾ ਕੀਤਾ। ਬਿਕੋਜ਼ whenever there is injustice you have to stand up। so ਸਕੂਲ ਵਿੱਚ ਕੋਈ ਤੁਹਾਨੂੰ ਬੁਲੀ ਕਰ ਰਿਹਾ ਹੈ, you have to stand up। ਕੋਈ inequality ਦੇਖਦੇ ਹੋ, ਕੋਈ oppression ਦੇਖਦੇ ਹੋ, you have to stand up and fight against it। this is said by our guru because he stood up। ਗੁਰੂ ਸਾਹਿਬ ਕੀ ਕਰ ਸਕਦੇ ਸੀ? ਗੁਰੂ ਸਾਹਿਬ ਭੱਜ ਸਕਦੇ ਸੀ, he could have fled, he could have hidden, but he chose to stand up against all the oppression and he gave everyone this lesson that wherever you see injustice stand up and fight against it। ठीक है। सो गुरु साहब ਨੂੰ ਜਦ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਛੱਡਣ ਲਈ ਕਿਹਾ ਔਰ ਕਿਹਾ ਕਿ ਅਸੀਂ ਤੁਹਾਡੇ ਨਾਲ ਬਿਲਕੁਲ ਫਾਈਟ ਨਹੀਂ ਕਰਾਂਗੇ, ਤੁਸੀਂ ਚਲੇ ਜਾਓ। ਗੁਰੂ ਸਾਹਿਬ ਨੇ ਉਹਨਾਂ ਦੀ ਗੱਲ ਮੰਨੀ ਤੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਤੇ ਜਾਂਦੇ ਜਾਂਦੇ ਕਿੱਥੇ ਗਏ? ਸਰਸਾ ਨਦੀ ਨੂੰ ਕ੍ਰਾਸ ਕਰਨਾ ਸੀ ਉਹਨਾਂ ਨੇ। ਕ੍ਰਾਸ ਕਰਦੇ ਕਰਦੇ ਉਸਨੇ ਮੈਨੂੰ ਥੋੜੀ ਜਿਹੀ ਸਾਇਲੈਂਸ ਚਾਹੀਦੀ ਹੈ ਬਿਕੋਜ਼ ਆਈ ਕੈਨ ਨਾਟ ਗੋ ਬਿਯੋਂਡ ਦਿਸ। ਸੋ ਇਫ ਪਲੀਜ਼ ਤੁਸੀਂ ਥੋੜਾ ਜਿਹਾ ਮੈਨੂੰ ਚੁੱਪ ਦਾ ਦਾਨ ਬਖਸ਼ੋ, ਆਈ ਵਿਲ ਬੀ ਵੈਰੀ ਥੈਂਕਫੁਲ। ਸੋ ਗੁਰੂ ਸਾਹਿਬ ਗਏ ਸਰਸਾ ਨਦੀ, ਇੱਕ ਰਿਵਰ ਸੀ ਜਿਹਦਾ ਨੇਮ ਸੀ ਸਰਸਾ। ਸੋ ਉਹਨਾਂ ਨੇ ਸਾਰੇ ਪਰਿਵਾਰ ਨਾਲ ਉਹਨੂੰ ਕ੍ਰਾਸ ਕਰਨਾ ਸੀ। ਤੇ ਕੀ ਹੋ ਗਿਆ? ਉਸ ਟਾਈਮ ਮੁਗਲ ਫੌਜਾਂ ਨੇ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਮੈਂ ਤੁਹਾਡੇ ਉੱਤੇ ਹਮਲਾ ਨਹੀਂ ਕਰਾਂਗਾ, we will not fight you, but they broke their promise and they started attacking the troop ਜਿਹੜਾ ਗੁਰੂ ਸਾਹਿਬ ਦੀ ਫੈਮਿਲੀ ਸੀ। ਐਂਡ ਉੱਤੇ ਬਹੁਤ ਜ਼ਿਆਦਾ ਸਰਸਾ ਨਦੀ ਵਿੱਚ ਪਾਣੀ ਭਰਿਆ ਹੋਇਆ ਸੀ। ਸੋ ਕੀ ਹੋਇਆ? ਗੁਰੂ ਸਾਹਿਬ ਦੀ ਫੈਮਿਲੀ ਸੈਪਰੇਟ ਹੋ ਗਈ। ਸੋ ਅੱਧੀ ਫੈਮਿਲੀ ਅੱਗੇ ਚਲੀ ਗਈ, ਅੱਧੀ ਫੈਮਿਲੀ ਕਿਸੇ ਹੋਰ ਡਾਇਰੈਕਸ਼ਨ ਵਿੱਚ ਚਲੀ ਗਈ। ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਤੇ ਗੁਰੂ ਸਾਹਿਬ ਅੱਗੇ ਚਲੇ ਗਏ ਚਮਕੌਰ ਸਾਹਿਬ ਵੱਲ, ਤੇ ਜਿਹੜੇ ਛੋਟੇ ਸਾਹਿਬਜ਼ਾਦੇ ਤੇ ਉਹਨੇ ਮਾਤਾ ਜੀ, ਗੁਰੂ ਸਾਹਿਬ ਜੀ ਦੀ ਮਾਤਾ ਜੀ ਦਾ ਨੇਮ ਕਿਸੇ ਨੂੰ ਯਾਦ ਹੈ? ਗੁਰਬਾਣੀ ਹੋਰ ਕਿਸੇ ਨੂੰ ਪਤਾ ਹੈ? ਗੁਰੰਸ਼ ਦੱਸੇਗਾ। ਮਾਤਾ ਗੁਜਰੀ ਜੀ, ਧੰਨ ਧੰਨ ਮਾਤਾ ਗੁਜਰੀ ਜੀ। ਅੱਛਾ, ਮਾਤਾ ਗੁਜਰੀ ਜੀ ਤੇ ਵੱਡੇ ਸਾਹਿਬਜ਼ਾਦੇ ਤੇ ਛੋਟੇ ਸਾਹਿਬਜ਼ਾਦੇ ਵਿੱਚ ਕੀ ਰਿਲੇਸ਼ਨ ਹੈ? ਸ਼ੀ ਵਾਸ देयर ग्रैंडमदर, ਦਾਦੀ ਮਾਂ, ਠੀਕ ਹੈ। ਸੋ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗਏ ਕਿੱਥੇ ਗਏ? ਸਰਹੰਦ ਵੱਲ, ਠੀਕ ਹੈ। ਤੇ ਵੱਡੇ ਸਾਹਿਬਜ਼ਾਦੇ ਗਏ ਚਮਕੌਰ। ਤੇ ਚਮਕੌਰ ਵਿੱਚ ਕੀ ਹੋਇਆ? ਮੁਗਲ ਫੋਰਸਿਸ ਨੇ ਫੇਰ ਆ ਕੇ ਉਹਨਾਂ ਨੂੰ ਘੇਰਾ ਪਾ ਲਿਆ। ਦੇ ਵੈਂਟ ਟੂ ਚਮਕੌਰ ਦੀ ਗੜੀ, ਫੋਰਟ ਸੀ ਚਮਕੌਰ ਵਿੱਚ, ਜਿੱਥੇ ਉਹ ਚਲੇ ਗਏ।
ਤੇ ਮੁਗਲ ਫੋਰਸਿਸ ਫੇਰ ਆ ਗਈਆਂ ਤੇ ਹੋ ਗਈ ਬੈਟਲ ਆਫ ਚਮਕੌਰ। ਉਹ ਕਿਸ ਲਈ? ਕਿਉਂਕਿ ਜਿਹੜੇ ਅੱਛਾ ਐਂਡ ਬੈਟਲ ਆਫ ਚਮਕੌਰ ਵਿੱਚ ਓਨਲੀ 46 ਵਰਸਸ 10 ਲੱਖ ਮੁਗਲਸ। ਓ ਮਾਈ ਗॉड, ਜਸਟ ਇਮੇजिन ਥੋੜੇ ਜਿਹੇ ਸਿੱਖ ਤੇ ਕਿੰਨੇ ਸਾਰੇ ਮੁਗਲ। ਬਟ ਕਿ ਸਿੱਖ ਘਬਰਾ ਗਏ? ਬਿਲਕੁਲ ਨਹੀਂ। ਕਿ ਸਿੱਖਾਂ ਨੇ ਕਿਹਾ ਅਸੀਂ ਭੱਜ ਜਾਈਏ, ਅਸੀਂ ਨਹੀਂ ਮੁਕਾਬਲਾ ਕਰ ਸਕਦੇ? ਨਹੀਂ, ਸਿੱਖ ਤੇ ਹੋਰ ਸਟਰੋਂਗ ਹੋ ਗਏ। ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਤੋਂ ਪਰਮਿਸ਼ਨ ਲਈ। He came forward and he stood up and said, I'm going to fight these Mughals. I'm not scared of them. So ਉਹਨਾਂ ਨੇ ਆ ਕੇ ਕੀ ਪਰਮਿਸ਼ਨ ਲਈ ਆਪਣੇ ਪਾਪਾ ਤੋਂ, ਆਪਣੇ ਫਾਦਰ ਤੋਂ? Give me the permission so I can go pick up arms against all the Mughals and fight them. And Guru Sahib ne ki kiya hai? When all other means fail, it is right to pick up the sword. ठीक है? जब सब चीजों कर हटो लेकिन जेड़ा ऑपरेशन है वो नहीं जा रहा, इनजस्टिस खत्म नहीं हो रही, इट इज राइट टू पिक अप द स्वॉर्ड एंड फाइट। सो धन धन बाबा अजीत सिंह ने की कीता? फाइट कीता, तलवार चलाई। किस तरह चलाई? धन धन बाबा अजीत सिंह जी। सारे करो धन धन बाबा अजीत सिंह जी। फिर हाँ जी विल डू दैट, विल कम। ਤੇ ਫਿਰ ਫਾਈਟ ਕਰਦੇ ਕਰਦੇ ਬਾਬਾ ਅਜੀਤ ਸਿੰਘ ਜੀ ਨੇ ਬਹੁਤ ਸਾਰੇ ਮੁਗਲਸ ਨੂੰ ਕਿਲ ਕਰ ਦਿੱਤਾ ਐਂਡ ਇਵੈਂਚੁਅਲੀ ਉਹ ਆਪ ਵੀ ਸ਼ਹੀਦ ਹੋ ਗਏ। ਹੀ ਅਟੇਨਡ ਮਾਰਟਰਡਮ ਐਟ ਦ ਏਜ ਆਫ 18। ਫਿਰ ਬਾਬਾ ਜੁਝਾਰ ਸਿੰਘ ਜੀ ਸਾਡੇ ਵੱਡੇ ਸਾਹਿਬਜ਼ਾਦੇ ਉਹ ਅੱਗੇ ਆਏ। ਉਹਨਾਂ ਨੇ ਮਹਾਰਾਜ ਨੂੰ ਕਿਹਾ, ਗੁਰੂ ਪਿਤਾ ਨੂੰ ਕਿਹਾ, ਗੁਰੂ ਪਿਤਾ ਮੈਨੂੰ ਆਗਿਆ ਦਿਓ, ਗਿਵ ਮੀ ਦ ਪਰਮਿਸ਼ਨ ਟੂ ਗੋ ਫਾਈਟ ਦ ਐਨਮੀ। ਕਿਹੜਾ ਐਨਮੀ? ਦ ਐਨਮੀ who forces his faith on you, who is oppressing you, who is forcing you, who is treating you unequal. Guru Sahib ne kiya hai? We are all equal. Sikhi teaches us we are one human race. Okay? So ਉਹਨਾਂ ਨੇ ਕਿਹਾ ਮੈਨੂੰ ਪਰਮਿਸ਼ਨ ਦਿਓ। Baba Jujhar Singh ji was not afraid at all. He was so powerful, so resilient, so brave, so courageous. ਉਹ ਤੇ ਨਹੀਂ ਡਰੇ, ਫਟਾਫਟ ਜਾ ਕੇ ਮੈਦਾਨੇ ਜੰਗ ਵਿੱਚ ਚਲੇ ਗਏ ਔਰ ਉਹਨਾਂ ਨੇ ਵੀ ਉੱਥੇ ਕੀ ਕੀਤਾ? ਫਾਈਟ ਕੀਤਾ। ਬਾਬਾ ਜ਼ੋਰਾਵਰ ਸਿੰਘ was so powerful and what do we say? ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ। ਇੱਕ ਵਾਰੀ ਫੇਰ ਯਾਦ ਕਰੀਏ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ। ਸੌਰੀ, slip of tongue. ਧੰਨ ਧੰਨ ਬਾਬਾ ਜੁਝਾਰ ਸਿੰਘ ਜੀ। ਇੱਕ ਵਾਰੀ ਫੇਰ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ। ਅੱਛਾ ਬੇਟੇ, ਜਦੋਂ ਬਾਬਾ ਜੀ ਦੀ ਸ਼ਹੀਦੀ ਹੋਈ, ਮਾਰਟਰਡਮ ਹੋਏ, ਹਿਸ ਏਜ ਵਾਸ ਓਨਲੀ 14 ਐਂਡ ਦੈਨ ਫਿਰ ਕੀ ਹੋਇਆ? ਇਹ ਦੇਖੋ, bravery and sacrifice of the elder sahibzade. So what do we learn from them? ਕਿ ਅਸੀਂ fight ਕਰਾਂਗੇ। ਕਿਹਨੂੰ fight ਕਰਾਂਗੇ? injustice ਨੂੰ, oppression ਨੂੰ। ਕੋਈ ਸਾਨੂੰ bully karega, and if you see someone who cannot help themselves, go help them, fight for them. Okay? Our gurus never fought for land, they never fought for money, they never fought for power. They fought to fight against injustice. They never fought first, they fought to help those who could not help themselves, and this is what we learn from them. Okay? अच्छा जी, ਹੁਣ ਆਏ ਛੋਟੇ ਸਾਹਿਬਜ਼ਾਦੇ, ਸਾਡੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ। ਉਹ ਗਏ ਸਰਹੰਦ ਦੇ ਪਾਸੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਇੱਕ ਬੜਾ ਫੇਥਫੁਲ ਕੁੱਕ ਸੀ ਜੋ ਉਹਨਾਂ ਲਈ ਖਾਣਾ ਬਣਾਉਂਦਾ ਸੀ। ਯੂਜ਼ਡ ਟੂ ਕੁੱਕ ਲੰਗਰ। ਹਿਸ ਨੇਮ ਵਾਸ ਗੰਗੂ। ਹੀ ਸੈਡ, why don't you come with me ਮਾਤਾ ਜੀ? please come and stay for a night with me and please take rest. ਛੋਟੇ ਸਾਹਿਬਜ਼ਾਦੇ ਮੇਰੇ ਘਰ ਆ ਜਾਓ, please come over. ਤੇ ਮਾਤਾ ਜੀ ਦੇ ਛੋਟੇ ਸਾਹਿਬਜ਼ਾਦੇ, they went along with Gangu to his home, but then Gangu got a little greedy and he stole all the wealthy coins of Mata Gujri ji. Mata Gujri ji knew that and she told Gangu, you could have asked them from me, why did you steal them? And Gangu, instead of saying that he did a mistake, he said, okay, I'm going to tell that you are here staying with me. And he told the Mughals
that Mata Gujri ji and Chote Sahibzade are at my place. So the Mughals came and arrested them and took them where? they took them to a coal tower, ठंडा बुर्ज. अच्छा बेटा आजकल है दिसंबर, ये सारे ਜਿਹੜੀ हिस्ट्री है ना साड़ी, all this happened in this month December, पो दा महीना, per Sikh calendar पो दा महीना. How cold is it? Do you guys feel cold when you step out? Very cold. Yes, I want my jacket on, I want my gloves on, I want my cap on. And how about Mata Gujri ji and Chote Sahibzade? They were given not even a blanket or a pillow, right? And then ਉਸ ਤੋਂ ਬਾਅਦ ਅਸੀਂ ਕਿਸ ਤਰ੍ਹਾਂ ਆਪਣੀ ਬਲੈਂਕਟ ਲੈ ਕੇ ਰਾਤ ਨੂੰ ਹੀਟਰਸ ਲਗਾ ਕੇ ਸੌਂਦੇ ਆ, right? Look at what the Mughals did. How harsh is that? How harsh a treatment is that, right? So there was nothing given to them, but फिर कोई ना कोई तो आंदा है मदद ले. So Motiram Mehra ji, he risked his own life, but he sneaked in. He gave his wife's jewelry and ਉਹਨਾਂ ਨੇ ਉਸ ਰਿਵਾਰਡ ਵਿੱਚ ਜੁਐਲਰੀ ਦਿੱਤੀ ਕਿ ਮੈਨੂੰ ਅੰਦਰ ਜਾਣ ਦਿਓ, ਮੈਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਗਰਮ-ਗਰਮ ਦੁੱਧ ਪਿਲਾਣਾ ਹੈ. ਤੇ ਮੋਤੀ ਰਾਮ ਮਹਿਰਾ ਜੀ ਨੇ ਗਰਮ-ਗਰਮ ਦੁੱਧ ਦੀ ਸੇਵਾ ਕੀਤੀ. ਤੇ ਫਿਰ ਬੇਟਾ ਨੈਕਸਟ ਮਾਰਨਿੰਗ ਕੀ ਹੋਇਆ ਕਿ ਮੁਗਲਸ ਆ ਗਏ ਛੋਟੇ ਸਾਹਿਬਜ਼ਾਦਿਆਂ ਨੂੰ ਲੈਣ ਲਈ. ਤੇ ਮਾਤਾ ਗੁਜਰੀ ਜੀ ਕਹਿੰਦੇ ਨੇ ਤੁਸੀਂ ਕਿਉਂ ਲੈਣ ਆਏ ਹੋ? What have the ਛੋਟੇ ਸਾਹਿਬਜ਼ਾਦੇ done? They said we don't know. They have to appear in court. The court of Wazir Khan. Wazir Khan was the then Mughal emperor. So, and please, Bani. And then they had a trap for them. They wanted the Sahibzade to bow down in front of the Mughal emperor. So they closed the big door and opened just a small window so that they would go like this and bow in front of the Mughal emperor. But what did Sahibzade do? They were very intelligent. So they put their feet first. Yeah. Not their heads. Right? And they went inside the court. They went inside the court. And ਉੱਥੇ ਜਾ ਕੇ ਉਹਨਾਂ ਨੇ ਕੀ ਕੀਤਾ? ਉਹ ਨਹੀਂ ਡਰਦੇ, ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਸਾਰੇ ਕਹਿੰਦੇ ਕੋਰਟ ਵਿੱਚ everyone was surprised. ਇਹ ਕੌਣ ਬੱਚੇ ਆਏ ਨੇ? How can they even do that? ਇੱਥੇ ਆ ਕੇ ਸਭ ਚੁੱਕ ਕੇ ਸਲਾਮ ਕਰਦੇ ਨੇ. ਕੌਣ ਆ ਕੇ ਇੱਥੇ ਜੈਕਾਰੇ ਬੋਲਦਾ ਹੈ ਗੁਰੂ ਜੀ ਦੇ? ਉਹ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਆ, ਅਸੀਂ ਨਹੀਂ ਡਰਦੇ ਤੁਹਾਡੇ ਤੋਂ, ਜੋ ਮਰਜ਼ੀ ਕਰ ਲਓ. Then they were given so many distractions. Can you take, you are going to lead a life of prince. You are going to have all the money, all the wealth, all the land, all the power. Please accept Islam. Change your faith. They said, नहीं ਅਸੀਂ ਨਹੀਂ ਕਰਦੇ ਇਸਲਾਮ ਕਬੂਲ, ਅਸੀਂ ਤੇ ਸਿੱਖ ਹਾਂ, ਗੁਰੂ ਦੇ ਸਿੱਖ ਹਾਂ. ਠੀਕ ਹੈ? ਉਸ ਤੋਂ ਬਾਅਦ ਵਜ਼ੀਰ ਖਾਨ was very upset. The Mughal emperor was so upset with them. He said, okay, I'm going to punish you for this. Punishment ਦਿੱਤੀ. ਕੀ punishment ਦਿੱਤੀ? ਉਹਨੇ ਛੋਟੇ ਸਾਹਿਬਜ਼ਾਦਿਆਂ ਨੂੰ they were bricked alive. So the harshest punishment possible. ਛੋਟੇ ਬੱਚਿਆਂ ਨੂੰ ਇੱਕ 6 ਸਾਲ ਦੇ, ਇੱਕ 9 ਸਾਲ ਦੇ, ਉਹਨਾਂ ਨੂੰ ਨੀਹਾਂ 'ਚ ਚਿਣਵਾ ਦਿੱਤਾ ਗਿਆ. ਇਹ ਸੁਣ ਕੇ ਮਾਤਾ ਗੁਜਰੀ ਜੀ ਵੀ ਮਾਰਟਿਰ ਹੋ ਗਏ, ਸ਼ਹੀਦ ਹੋ ਗਏ. So ਇਹ ਮਹੀਨਾ ਜਿਹੜਾ ਅਗਲਾ ਵੀਕ ਆ ਰਿਹਾ ਨਾ ਬੱਚਿਓ, ਇਹ ਸਾਡੀ ਸਿੱਖ ਹਿਸਟਰੀ ਵਿੱਚ ਬਹੁਤ ਇੰਪੋਰਟੈਂਟ ਹੈ. ਕਿਉਂ ਇੰਪੋਰਟੈਂਟ ਹੈ? Because this is the week of sacrifices. This is the week of sacrifices that our Guru did. He sacrificed his whole family for the sake of equality and justice. And we want to tell you guys, now whenever you see injustice, inequality or oppression or someone bullying someone not able to help themselves, go stand for them. Fight. Okay? Because ਤੁਸੀਂ ਗੁਰੂ ਦੇ ਸਿੱਖ ਹੋ. ਤੇ ਹੁਣ ਕੀ ਨਾਮ ਲਵਾਂਗੇ ਅਸੀਂ? ਸਾਰਿਆਂ ਨੂੰ ਕਿੱਦਾਂ ਯਾਦ ਕਰਾਂਗੇ? ਪਹਿਲੇ ਜੈਕਾਰਾ ਬੁਲਾਵਾਂਗੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਤੇ ਹੁਣ
ਸਾਰੇ ਕਿਦਾਂ ਬਾਬਾ ਅਜੀਤ ਸਿੰਘ ਜੀ ਨੂੰ ਧੰਨ ਧੰਨ ਬਾਬਾ ਅਜੀਤ ਸਿੰਘ ਜੀ। ਕਿਸ ਤਰ੍ਹਾਂ ਤਲਵਾਰ ਚਲਾਈ ਸੀ? ਧੰਨ ਧੰਨ ਬਾਬਾ ਅਜੀਤ ਸਿੰਘ ਜੀ। ਤੇ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ। ਧੰਨ ਧੰਨ ਬਾਬਾ ਜੁਝਾਰ ਸਿੰਘ ਜੀ। ਅੱਛਾ, ਜਦੋਂ ਬਾਬਾ ਜ਼ੋਰਾਵਰ ਸਿੰਘ ਜੀ ਬੜੇ ਇੰਟੈਲੀਜੈਂਟ ਸੀ ਕਿਉਂਕਿ ਉਹਨਾਂ ਨੇ ਉਹ ਟਰੈਕ ਸਮਝ ਲਿਆ ਤੇ ਸਭ ਤੋਂ ਪਹਿਲੇ ਆਪਣੇ ਫੁੱਟ ਅੱਗੇ ਰੱਖੇ, ਹੈ ਨਾ। he never bowed down to the Mughal emperor, so ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, he was so intelligent। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ। ਤੁਹਾਨੂੰ ਪਤਾ ਹੈ ਜਿਹੜੇ ਸਭ ਤੋਂ ਛੋਟੇ ਸੀ ਬਾਬਾ ਫਤਿਹ ਸਿੰਘ ਜੀ, he was very fond of tying a high ਉੱਚੀ ਟਰਬਨ। ਤੇ ਉਹ ਇੰਨੀ ਉੱਚੀ ਟਰਬਨ ਬਣ ਲੈਂਦੇ ਸੀ ਬਿਕਾਜ਼ ਉਹ ਕਹਿੰਦੇ ਸੀ ਆਪਣੇ ਵੱਡੇ ਵੀਰੇ ਨੂੰ, ਬਾਬਾ ਜ਼ੋਰਾਵਰ ਸਿੰਘ ਜੀ ਨੂੰ, ਦੇਖੋ ਮੈਂ ਤੁਹਾਡੇ ਜਿੰਨਾ ਉੱਚਾ ਹੋ ਗਿਆ ਇੰਨੀ ਉੱਚੀ ਲੰਬੀ ਟਰਬਨ ਟਾਈ ਕਰਕੇ। ਸੋ ਬਾਬਾ ਫਤਿਹ ਸਿੰਘ ਜੀ ਨੂੰ ਕਿੱਦਾਂ ਯਾਦ ਕਰਾਂਗੇ? ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਵਾਹਿਗੁਰੂ ਜੀ ਕਾ